ਮੈਂ ਇਹ ਜੀ ਜਿਹੜੀ ਮਾੜੀ ਗੱਲ ਆ ਜਿਹੜਾ ਆਰਡੀਨੈਂਸ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਗਲਤ ਲੱਗ ਰਿਹਾ ਇਹਦੇ ਮੈਂ ਚੰਗੀ ਗੱਲ ਵੀ ਕੋਈ ਨਹੀਂ ਹੈਗੀ। ਅਸੀਂ ਮੋਦੀ ਦੀ ਮਕਾਨ ਦਿੰਦੇ ਹਾਂ ਇਕੱਠੇ ਹੋ ਕੇ। ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਅਕਾਲੀ ਦਲ ਵੀ ਕਿਤੇ ਇੱਕ ਪਾਸੇ ਤਾਂ ਕਹਿ ਦਿੰਦਾ ਵੀ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਹਰ ਤਰ੍ਹਾਂ ਜਿਹੜੀ ਕੁਰਬਾਨੀ ਦੇਣ ਲਈ ਤਿਆਰ ਆ, ਤੇ ਦੂਜੇ ਪਾਸੇ ਚਰਚਾ ਇਹ ਹੈ ਕਿ ਉਹਨਾਂ ਵੱਲੋਂ ਜਦੋਂ ਆਰਡੀਨੈਂਸ ਪਾਸ ਕੀਤੇ ਜਾਣੇ ਸੀ, ਬਣਾਏ ਗਏ ਸੀ, ਉਹਦੇ ਵਿੱਚ ਸਹਿਮਤੀ ਦਿੱਤੀ ਗਈ ਆ। ਉਹਦੇ ਵਿੱਚ ਸਹਿਮਤੀ ਤਾਂ ਕੈਪਟਨ ਸਾਹਿਬ ਨੇ ਵੀ ਦੇ ਦਿੱਤੀ ਆ। ਜੇ ਤੁਹਾਡੇ ਕਿਸਾਨੇ ਨਾ ਰਹੇ ਫਿਰ ਤੁਹਾਡਾ ਵੋਟ ਬੈਂਕ ਕਿਹੜਾ ਰਹਿਣਾ ਹੈ? ਸਾਫ਼ ਹੋ ਜਾਓ ਇੱਕ ਪਾਸੇ। ਅਸੀਂ ਕਹਿੰਦੇ ਆ ਕੋਈ ਕੁਰਸੀ ਦਾ ਲਾਲਚ ਨਾ ਕਰੋ, ਛੱਡ ਦਿਓ ਕੁਰਸੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੈਸ਼ਨਲ ਹਾਈਵੇ 205 ਦੀਆਂ। ਪੂਰਾ ਹਾਈਵੇ ਖਾਲੀ ਪਿਆ, ਜਾਮ ਪਿਆ ਹੈ। ਲੋਕਾਂ ਦੇ ਵਿੱਚ ਚਰਚਾ ਕਿ ਕਿਸਾਨ ਲੜਾਈ ਤਾਂ ਲੜ ਰਹੇ ਆਪਣੇ ਹੱਕਾਂ ਦੇ ਵਾਸਤੇ, ਪਰੰਤੂ ਟੁਕੜੇ ਟੁਕੜੇ ਹੋ ਕੇ ਲੜ ਰਹੇ। ਇਹਨਾਂ 'ਚ ਏਕਤਾ ਨਹੀਂ ਆ। ਅੱਜ ਵੀ 12 ਯੂਨੀਅਨ ਹੈ, ਸੜਕਾਂ ਜਾਮ ਕਰਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਆ, ਜਦੋਂ ਕਿ ਚਾਹੀਦਾ ਲੀਡਰਾਂ ਦੇ ਕੋਠੀਆਂ ਘੇਰਨ ਜਿਹੜੇ ਹੈਗੇ ਆ ਜਾਂ ਸਰਕਾਰੀ ਦਫ਼ਤਰਾਂ ਦਾ ਘਿਰਾਓ ਕਰਨ। ਆਮ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾਂਦਾ? 41 ਸਾਲ ਦੇ ਵਿੱਚ ਦੋ ਹੀ ਪਾਰਟੀਆਂ ਨੂੰ ਜਿਹੜਾ ਹੈਗਾ ਬਾਰ-ਬਾਰ ਲਿਆਂਦਾ ਜਾਂਦਾ। ਜਦੋਂ ਤੁਹਾਨੂੰ ਪਤਾ ਤਾਂ ਇਨਸਾਫ ਨਹੀਂ ਮਿਲਿਆ 41 ਸਾਲ ਦੇ ਵਿੱਚ, ਬਾਰ-ਬਾਰ ਉਹਨਾਂ ਨੂੰ ਵੋਟਾਂ ਪਾ ਕੇ ਕਿਉਂ ਜਿਤਾਇਆ ਜਾ ਰਿਹਾ? ਅਸੀਂ ਠੇਕੇ ਦਿੱਤੀ ਹੋਈ 2-2.5 ਕਿੱਲੇ ਜ਼ਮੀਨ। ਅਸੀਂ ਜੰਮੇ ਮਾਰੇ ਜਾਵਾਂਗੇ ਫਿਰ। ਤੇ ਤੁਹਾਡੇ ਘਰੋਂ ਹੋਰ ਵੀ ਆਏ ਆ, ਤੁਸੀਂ ਇਕੱਲੇ ਹੀ ਆਏ ਆ? ਅਸੀਂ ਦੋਨੇ ਗੁੱਡੀ ਤੇ ਮੈਂ ਆਏ ਹਾਂ। ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦੇ ਆ, ਸਾਨੂੰ ਵੀ ਆਉਣਾ ਜ਼ਰੂਰੀ ਚਾਹੀਦਾ। ਜ਼ਰੂਰੀ ਤਾਂ ਲੇਡੀਜ਼ ਵੀ ਅੱਗੇ ਆ ਸਕਦੀਆਂ ਨੇ। ਸਟੇਜ ਤੇ ਬੋਲਣ ਨੂੰ ਲੈ ਕੇ ਆਪਸ ਵਿੱਚ ਜਿਹੜੇ ਉਲਝੀ ਜਾਂਦੇ ਆ। ਕੇਂਦਰ ਸਰਕਾਰ ਵੱਲੋਂ ਕਿਸਾਨੀ ਨੂੰ ਲੈ ਕੇ ਪਾਸ ਕੀਤੇ ਜਾ ਰਹੇ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਪੰਜਾਬ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੜਕਾਂ ਜਾਮ ਕਰਕੇ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਤੇ ਉਸੇ ਦੇ ਤਹਿਤ ਅੱਜ ਰੋਪੜ ਮਨਾਲੀ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਵੱਖ-ਵੱਖ 12 ਕਿਸਾਨ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਸੋਲਖੀਆਂ ਦੇ ਲਾਗੇ ਪਿੰਡ ਸਿੰਘ ਲਾਗ ਦੇ ਟਰਾਲੀਆਂ ਲਗਾ ਕੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕ ਦੇ ਵਿਚਕਾਰ ਟਰਾਲੀਆਂ ਲਗਾ ਕੇ ਕਿਸਾਨਾਂ ਵੱਲੋਂ ਜਾਮ ਲਗਾਇਆ ਗਿਆ ਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਤੇ ਮੌਕੇ ਤੇ ਮੌਜੂਦ ਨੇ ਸਾਡੇ ਨਾਲ ਕਿਸਾਨ, ਗੱਲ ਕਰਦੇ ਇਹਨਾਂ ਦੇ ਨਾਲ ਕਿ ਆਖਰ ਜੋ ਆਰਡੀਨੈਂਸ ਲਿਆਂਦੇ ਜਾ ਰਹੇ ਨੇ ਉਹਨਾਂ ਦੇ ਵਿੱਚ ਕੀ ਅਜਿਹਾ ਹੈ ਜੋ ਕਿਸਾਨਾਂ ਨੂੰ ਸਹੀ ਨਹੀਂ ਲੱਗ ਰਿਹਾ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਰੁਪਿੰਦਰ ਸਿੰਘ ਰੂਪਾ, ਬਲਾਕ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ। ਤੇ ਕਿਸਾਨਾਂ ਵੱਲੋਂ ਅੱਜ ਜਿਹੜਾ ਵਿਰੋਧ ਕੀਤਾ ਜਾ ਰਿਹਾ ਆਰਡੀਨੈਂਸਾਂ ਨੂੰ ਲੈ ਕੇ, ਕੀ ਇਹਦੇ ਮੈਂ ਇਹ ਜੀ ਜਿਹੜੀ ਮਾੜੀ ਗੱਲ ਆ ਜਿਹੜਾ ਆਰਡੀਨੈਂਸ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਗਲਤ ਲੱਗ ਰਿਹਾ? ਇਹਦੇ ਮੈਂ ਚੰਗੀ ਗੱਲ ਵੀ ਕੋਈ ਨਹੀਂ ਹੈਗੀ। ਅਸੀਂ ਮੋਦੀ ਦੀ ਮਕਾਨ ਦਿੰਦੇ ਹਾਂ ਇਕੱਠੇ ਹੋ ਕੇ। ਸਾਰਾ ਹਿੰਦੁਸਤਾਨ ਨੇ ਦੇ ਰਿਹਾ ਹੈ। ਜਿਹੜਾ ਮੋਦੀ ਨੇ 3 ਆਰਡੀਨੈਂਸ ਲਿਆਂਦੇ ਆ ਨਾ, ਇਹਨਾਂ ਵਿੱਚ ਤਾਂ ਜ਼ਿਮੀਂਦਾਰ ਦਾ ਬਚਣਾ ਹੀ ਕੱਖ ਨਹੀਂ। ਇਹ ਤਾਂ ਬੜੇ ਘਰਾਣਿਆਂ ਨੂੰ ਦੇ ਦੇਣੇ ਆ। ਜਿਹੜੇ ਅਸੀਂ ਛੋਟੇ ਜ਼ਿਮੀਂਦਾਰ ਆ ਉਹ ਖਤਮ ਹੋ ਜਾਣਾ ਹੈ। ਜਿਹੜੇ ਸਾਡੇ ਪਹਿਲਾਂ ਹੀ ਬੱਚੇ ਨਹੀਂ, ਉਹ ਬਾਹਰਾਂ ਨੂੰ ਇੱਥੇ ਕੰਮ ਨਹੀਂ ਹੈ। ਜਿਹੜਾ ਮਾੜਾ ਮੋਟਾ ਹੈਗਾ ਇਹ ਸਾਤੇ ਖੋਣੇ ਨੂੰ ਫਿਰਦੇ ਆ। ਇਹ ਕਹਿੰਦੇ ਵੀ ਡੱਬਾ ਚੱਕ ਕੇ ਆਪਣਾ ਲਿਆਉਣ ਰੋਟੀ ਵਾਲਾ, ਸਾਡੇ ਕੋਲ ਦਿਹਾੜੀ ਕਰਨ। ਇਹ ਮੰਡੀਕਰਨ ਨੂੰ ਬੰਦ ਕਰਨੇ ਨੂੰ ਫਿਰਦੇ ਆ। ਇਹ ਜ਼ਿਮੀਂਦਾਰਾਂ ਨਾਲ ਸਰਾਸਰ ਧੋਖਾ ਹੈ। ਇਹ ਅਸੀਂ ਕਿਸਾਨ ਸਾਰੇ ਇਕੱਠੇ ਹੋ ਕੇ ਇਹ ਅਸੀਂ ਧੱਕਾ ਹੋਣ ਨਹੀਂ ਦੇਵਾਂਗੇ। ਚਾਹੇ ਸਾਨੂੰ ਜਿਹੜੀ ਮਰਜ਼ੀ ਕੁਰਬਾਨੀ ਦੇਣੀ ਪੈਣ, ਕਿਸਾਨਾਂ ਨੂੰ ਅਸੀਂ ਦੇਵਾਂਗੇ। ਤੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਅਕਾਲੀ ਦਲ ਵੀ ਕਿਤੇ ਇੱਕ ਪਾਸੇ ਤਾਂ ਕਹਿ ਦਿੰਦਾ ਵੀ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਹਰ ਤਰ੍ਹਾਂ ਜਿਹੜੀ ਕੁਰਬਾਨੀ ਦੇਣ ਲਈ ਤਿਆਰ ਆ, ਤੇ ਦੂਜੇ ਪਾਸੇ ਚਰਚਾ ਇਹ ਹੈ ਕਿ ਉਹਨਾਂ ਵੱਲੋਂ ਜਦੋਂ ਆਰਡੀਨੈਂਸ ਪਾਸ ਕੀਤੇ ਜਾਣੇ ਸੀ, ਬਣਾਏ ਗਏ ਸੀ, ਉਹਦੇ ਵਿੱਚ ਸਹਿਮਤੀ ਦਿੱਤੀ ਗਈ ਆ। ਉਹਦੇ ਵਿੱਚ ਸਹਿਮਤੀ ਤਾਂ ਕੈਪਟਨ ਸਾਹਿਬ ਨੇ ਵੀ ਦੇ ਦਿੱਤੀ ਆ। ਉਹਦੇ 'ਚ ਤਾਂ ਸਹਿਮਤੀ ਕੈਪਟਨ ਸਾਹਿਬ ਵੀ ਦੇ ਆਇਆ। ਸਵੇਰੋਂ ਮੈਂ ਟੀਵੀ ਦੇਖਦਾ ਤਾਂ ਇਹਦੇ ਕਰਕੇ ਸਾਨੂੰ ਤਾਂ ਕੋਈ ਵੀ ਨਹੀਂ, ਮਤਲਬ ਸਾਡੇ ਨਾਲ ਤਾਂ ਹਰੇਕ ਰਗੜਨ ਲੱਗਿਆ ਵਾ। ਸਾਨੂੰ ਤਾਂ ਕੋਈ ਨਹੀਂ ਬਖਸ਼ਦਾ ਹੈਗਾ। ਇਸ ਕਰਕੇ ਅਸੀਂ ਤਾਂ ਕਹਿੰਦੇ ਆ ਜਿਹੜਾ ਸਾਡੀ ਬਾਹ ਫੜੂਗਾ ਕਿਸਾਨਾਂ ਦੀ, ਕਿਸਾਨ ਉਹਦੇ ਨਾਲ ਚੱਲੂਗੇ। ਜਿਹੜਾ ਨਹੀਂ ਕਿਸਾਨਾਂ ਦੀ ਬਾਹ ਫੜੂਗਾ, ਕਿਸਾਨ ਬਿਲਕੁਲ ਨਹੀਂ ਚੱਲਾਂਗੇ। ਅਸੀਂ ਤਾਂ ਇਹੀ ਕਹਿੰਦੇ ਵੀ ਦੁੱਖ ਦੀ ਘੜੀ 'ਚ ਸਾਡੇ ਨਾਲ ਖੜੋ ਆ ਕੇ। ਜਿਹੜਾ ਖੜੂਗਾ ਉਹਦੇ ਨਾਲ ਕਿਸਾਨ ਵੀ ਖੜੂਗੇ। ਨਹੀਂ, ਗੱਲ ਇਹ ਚੱਲਦੀ ਵੀ ਜਿਹੜੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਦੋਗਲੀ ਨੀਤੀ ਖੇਡ ਰਹੀ ਹੈ। ਕਿਸਾਨਾਂ ਦਾ ਵੋਟ ਬੈਂਕ ਵੀ ਗਵਾਉਣਾ ਨਹੀਂ ਚਾਹੁੰਦੇ ਤੇ ਕੇਂਦਰ ਦੇ ਵਿੱਚ ਜਿਹੜਾ ਹੈਗਾ ਸੱਤਾ ਮਿਲੀ ਹੋਈ ਹੈ, ਕੁਰਸੀਆਂ ਮਿਲੀਆਂ ਹੋਈਆਂ, ਉਹ ਵੀ ਨਹੀਂ ਚਾਹੁੰਦੇ ਕਿ ਉਹ ਜਾਣ। ਕੀ ਲੱਗਦਾ ਕਿ ਇਹ ਦੋਗਲਾਪਨ ਸਹੀ ਹੈ ਰਾਜਨੀਤਿਕ ਪਾਰਟੀਆਂ ਦਾ? ਅਸੀਂ ਤਾਂ ਕਹਿੰਦੇ ਵੀ ਦੋਗਲਾਪਨ ਹੋਣਾ ਨਹੀਂ ਚਾਹੀਦਾ, ਸਾਫ਼ ਹੋਣਾ ਚਾਹੀਦਾ। ਇਹ ਦੋਗਲਾਪਨ ਗਲਤ ਹੈ। ਸਾਫ਼ ਹੋ ਕੇ ਰਾਜਨੀਤੀ ਕਰੋ, ਆਪਣੇ ਕਿਸਾਨਾਂ ਨਾਲ ਖੜੋ। ਜੇ ਤੁਹਾਡੇ ਕਿਸਾਨੇ ਨਾ ਰਹੇ ਫਿਰ ਤੁਹਾਡਾ ਵੋਟ ਬੈਂਕ ਕਿਹੜਾ ਰਹਿਣਾ ਹੈ? ਸਾਫ਼ ਹੋ ਜਾਓ ਇੱਕ ਪਾਸੇ। ਅਸੀਂ ਕਹਿੰਦੇ ਆ ਕੋਈ ਕੁਰਸੀ ਦਾ ਲਾਲਚ ਨਾ ਕਰੋ, ਛੱਡ ਦਿਓ ਕੁਰਸੀ, ਇੱਕ ਪਾਸੇ ਕਿਸਾਨਾਂ ਨਾਲ ਹੋ ਜਾਓ। ਕਿੰਨੀ ਕਿੱਲੇ ਜ਼ਮੀਨ ਹੈ ਤੁਹਾਡੇ ਕੋਲ? ਸਾਡੇ ਕੋਲ ਤਾਂ ਥੋੜੀ ਥੋੜੀ ਆ। ਅਸੀਂ 3 ਭਾਈ ਆ
ਹੈਗੇ 13-14 ਕਿੱਲੇ ਆ ਸਾਡੇ ਕੋਲ। ਤੇ ਖੇਤੀ ਨਾਲ ਗੁਜ਼ਾਰਾ ਹੋ ਜਾਂਦਾ ਜਿਹੜੀ ਚੱਲ ਰਹੀ ਹੈ ਗੁਜ਼ਾਰਾ ਬੜਾ ਔਖਾ ਹੁੰਦਾ ਏ, ਬਸ ਲੜ ਪੂਰੇ ਹੀ ਹੁੰਦੇ, ਰੋਟੀ ਪਾਣੀ ਉਹ ਚੱਲਦਾ ਕਿਸਾਨਾਂ ਦਾ ਤਾਂ। ਤੇ ਮੌਜੂਦਾ ਜਿਹੜਾ ਸਥਿਤੀ ਹੈਗੀ ਖੇਤੀ ਦੀ, ਕੀ ਕਹਿਣਾ ਚਾਹੁੰਦੇ ਸਰਕਾਰਾਂ ਵੱਲੋਂ ਜੋ ਕੀਤਾ ਜਾ ਰਿਹਾ ਸਹੀ ਆ? ਨਹੀਂ, ਸਰਕਾਰਾਂ ਵੱਲੋਂ ਧੱਕਾ ਹੀ ਹੋ ਰਿਹਾ ਸਾਡੇ ਨਾਲ ਤਾਂ, ਕਿਸਾਨਾਂ ਨਾਲ ਤਾਂ ਧੱਕਾ ਹੀ ਕਰ ਰਹੇ। ਜੇ ਸਾਨੂੰ ਪੂਰਾ ਮੁੱਲ ਮਿਲ ਜਾਵੇ ਤਾਂ ਅਸੀਂ ਕਿਹਦੇ ਲੈਣੇ ਤੇ, ਨਾ ਸਾਡੇ ਬੱਚੇ ਬਾਹਰ ਰੁਲਣ ਨਾ ਅਸੀਂ ਰੁਲੀਏ, ਤਾਂ ਅਸੀਂ ਆਪਣੀ ਟੌਰ ਨਾਲ ਉਰੇ ਖੇਤੀ ਕਰਕੇ ਗੁਜ਼ਾਰਾ ਨਾ ਕਰੀਏ। ਸਾਡੇ ਨਾਲ ਤਾਂ ਪਹਿਲਾਂ ਤੇ ਧੱਕਾ ਹੋ ਰਿਹਾ। ਹੁਣ ਕਿਸਾਨ ਵਿਰੋਧ ਕਰ ਰਹੇ ਆ, ਲੋਕਾਂ ਦੇ ਵਿੱਚ ਚਰਚਾ ਕਿ ਜਦੋਂ ਵੋਟਾਂ ਆਉਂਦੀਆਂ ਉਦੋਂ ਤਾਂ ਫਟਾਫਟ ਵੋਟਾਂ ਪਾ ਕੇ ਬਣਾ ਦਿੰਦੇ, ਉਦੋਂ ਨਹੀਂ ਦੇਖਦੇ ਕਿ ਚੰਗਾ ਮਾੜਾ, ਲਾਲਚ ਦੇ ਵਿੱਚ ਬੋਤਲਾਂ ਲੈ ਕੇ ਵੋਟਾਂ ਪਾ ਦਿੱਤੀਆਂ ਜਾਂਦੀਆਂ। ਤੇ ਹੁਣ ਵਿਰੋਧ ਕਿਉਂ ਆ ਫਿਰ? ਹੁਣ ਨਹੀਂ ਹੋਣਾ ਉਹ ਕੰਮ, ਹੁਣ ਲੋਕ ਜਾਗ ਪਏ। ਹੁਣ ਉਹ ਕੰਮ ਨਹੀਂ ਹੋਣਾ ਅੱਗੇ ਵਾਲਾ ਵੀ ਬੋਤਲ ਦੇਤੀ, ਵੋਟ ਪਵਾ ਲਈ, ਝੂਠ ਬੋਲ ਗਏ, ਝੂਠ ਬੋਲ ਲਏ ਜਿੰਨਾ ਬੋਲਣਾ ਤਾਂ ਇਹਨਾਂ ਨੇ। ਹੁਣ ਨਹੀਂ ਮਤਲਬ ਵੋਟਾਂ ਪੈਣੀਆਂ, ਲੋਕ ਜਾਗਰੂਕ ਹੋ ਗਏ, ਇਸ ਕਰਕੇ ਜਿਹੜਾ ਸਾਫ਼ ਹੋ ਕੇ ਚੱਲੂਗਾ ਉਹਨੂੰ ਵੋਟ ਮਿਲ ਜੂਗੀ। ਨਹੀਂ, ਸਤਿ ਸ੍ਰੀ ਅਕਾਲ। ਬਿਲਕੁਲ। ਕੀ ਨਾਮ ਹੈ ਤੁਹਾਡਾ? ਤਰਲੋਚਨ ਸਿੰਘ ਮੇਰਾ ਨਾਮ ਜੀ। ਕੀ ਕਹਿਣਾ ਚਾਹੁੰਦੇ ਆ ਜਿਹੜਾ ਸਰਕਾਰ ਫੈਸਲਾ ਲੈ ਕੇ ਆ ਰਹੀ, ਕੇਂਦਰ ਸਰਕਾਰ ਕਿਸਾਨੀ ਨੂੰ ਲੈ ਕੇ? ਇਹ ਜਿਹੜਾ 3 ਆਰਡੀਨੈਂਸ ਲਿਆਂਦੇ ਨੇ ਇਹਨਾਂ ਨੇ, ਸਾਰੇ ਕਿਸਾਨਾਂ ਦੇ ਵਿਰੁੱਧ ਆ ਇਹ ਸਭ। ਤੇ ਇਹਨਾਂ ਕਿਸਾਨ ਖਤਮ ਕਰ ਦੇਣੇ, ਜਿਹੜੀ ਮਾੜੇ ਮੋਟੇ ਲੋਕ ਰੋਟੀ ਖਾਂਦੇ ਉਹ ਤੇ ਬੇਕਾਰ ਕਰ ਦੇਣੇ ਨੇ। ਕੀ ਨਾਮ ਸਰ ਤੁਹਾਡਾ? ਸਰ ਮੇਰਾ ਨਾਮ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਜਸਪ੍ਰੀਤ ਸਿੰਘ ਆ ਜੀ। ਮੈਂ ਪਿੰਡ ਹੁਸੈਨਪੁਰ ਤੋਂ ਸਾਬਕਾ ਸਰਪੰਚ ਹਾਂ ਤੇ ਮੌਕੇ ਤੇ ਇਸ ਵੇਲੇ ਮੇਰੀ ਵਾਈਫ ਆ ਸਰਪੰਚ। ਤੇ ਸਾਡਾ ਤਕਰੀਬਨ 20 ਕੁ ਸਰਪੰਚਾਂ ਦਾ ਇੱਕ ਗਰੁੱਪ ਬਣਿਆ ਹੋਇਆ ਤੇ ਸਾਡੇ ਸਾਰੇ ਸਰਪੰਚ ਇਸ ਵੇਲੇ ਇਸ ਕਿਸਾਨ ਯੂਨੀਅਨ ਦੇ ਨਾਲ ਤੇ ਹਰ ਵੇਲੇ ਨਾਲ ਖੜਨਗੇ। ਇਸ ਵੇਲੇ ਮੌਕੇ ਤੇ ਮੌਜੂਦ ਮਿਆਣੀ ਵਾਲੇ ਸਰਪੰਚ ਸਾਹਿਬ ਸੀਗੇ ਤੇ ਮਲਕਪੁਰ ਤੋਂ ਸੀਗੇ, ਆਪਣੇ ਆਲਮਪੁਰ ਤੋਂ ਸੀਗੇ, ਫਿੱਡਿਆਂ ਤੋਂ ਸੀਗੇ, ਮਤਲਬ ਹੋਰ ਕਾਫੀ ਸਰਪੰਚ ਮੈਨੂੰ ਜਿਹੜੇ ਆਪਣੇ ਮੇਰੇ ਇਕੱਠੇ ਸਾਡੇ ਇੱਕ ਜਿਹੜੀ ਯੂਨੀਅਨ ਆ ਉਹਨਾਂ ਤੋਂ ਮਿਲੇ, ਮੈਨੂੰ ਇੱਥੇ ਹਾਜ਼ਰ ਮਿਲੇ ਆ ਤੇ ਸਾਰੇ ਕਿਸਾਨਾਂ ਨੂੰ ਵਧੀਆ ਰਿਸਪੌਂਸ ਦੇ ਰਹੇ ਆ। ਤੇ ਜਿਹੜੀ ਕਿਸਾਨ ਮਾਰੂ ਨੀਤੀਆਂ ਇਹਨਾਂ ਦੇ ਖਿਲਾਫ ਅਸੀਂ ਡਟ ਕੇ ਖੜਾਂਗੇ, ਚਾਹੇ ਸਾਡੇ ਲਈ ਸਾਨੂੰ ਜੋ ਮਰਜ਼ੀ ਕਰਨਾ ਪਵੇ। ਗੱਲ ਇਹ ਆ ਵੀ ਜਦੋਂ ਇਲੈਕਸ਼ਨ ਹੁੰਦਾ ਉਦੋਂ ਕਿਸਾਨਾਂ ਨੂੰ ਵਰਤਿਆ ਜਾਂਦਾ, ਕਿਸਾਨਾਂ ਨੂੰ ਕਿਹਾ ਜਾਂਦਾ ਤੁਹਾਨੂੰ ਕਰਜ਼ੇ ਮਾਫ ਕਰਾਂਗੇ, ਤੁਹਾਨੂੰ ਆਹ ਸੁਵਿਧਾ ਦੇਵਾਂਗੇ, ਤੇ ਅੱਜ ਕਿਸਾਨ ਸੜਕਾਂ ਤੇ ਆ। ਸਰਕਾਰਾਂ ਕਿਉਂ ਸਾਰ ਨਹੀਂ ਲੈ ਰਹੀਆਂ ਕਿਸਾਨਾਂ ਦੀਆਂ? ਗੱਲ ਇੱਦਾਂ ਜੀ, ਇਹ ਸਰਕਾਰਾਂ ਦੀ ਇਹ ਬੜੇ ਲੋਕ ਨੁਮਾਇੰਦੇ ਜਿਹੜੇ ਬੜੇ ਆ, ਜ਼ਿਆਦਾ ਪੈਸੇ ਸਰਮਾਏਦਾਰ ਆ ਹਰੇਕ ਪਾਰਟੀ 'ਚ ਬੈਠੇ, ਉਹਨਾਂ ਨੇ ਸਿਰਫ ਆਪਣੀ ਰਾਜਨੀਤੀ ਦੇਖਣੀ ਹੁੰਦੀ ਹੈ, ਕਿਸਾਨਾਂ ਦੇ ਨਾਲ ਕੋਈ ਹਮਦਰਦੀ ਨਹੀਂ ਹੁੰਦਾ। ਇਹਨਾਂ ਨੇ ਇੱਕ ਵਾਰ ਜਦੋਂ ਆਪਣੀਆਂ ਵੋਟਾਂ ਲੈ ਲਈਆਂ ਉਸ ਤੋਂ ਬਾਅਦ ਕੋਈ ਕਿਸਾਨਾਂ ਦੀ ਬਾਂਹ ਨਹੀਂ ਫੜਦਾ, ਚਾਹੇ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਹੋਵੇ। ਮੈਂ ਸਾਫ਼ ਕਲੀਅਰ ਗੱਲ ਕਹਿਣਾ ਵੀ ਇਹ ਸਿਰਫ ਆਪਣੇ ਵੋਟਾਂ ਤੱਕ ਇਹਨਾਂ ਨੂੰ ਮਤਲਬ ਹੁੰਦਾ। ਪਰ ਹੁਣ ਜਿਹੜਾ ਆਉਣ ਵਾਲਾ ਸਮਾਂ, ਇਹ ਬਾਈ ਰੁਪਿੰਦਰ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਇੱਥੇ, ਉਹਨਾਂ ਦੇ ਕਹਿਣ ਦੇ ਮੁਤਾਬਕ ਲੋਕ ਜਾਗਰੂਕ ਹੋਏ ਆ ਅੱਗੇ ਨਾਲੋਂ, ਤੇ ਮੈਨੂੰ ਉਮੀਦ ਆ ਵੀ ਅੱਗੇ ਤੋਂ ਕੁਛ ਨਾ ਕੁਛ ਪਲਟੂਗਾ ਜ਼ਮਾਨਾ। ਜਿੱਦਾਂ ਹੁਣ ਆਪਣੇ ਮਾਈਨਿੰਗ ਸੀਗੀ, ਹੋਰ ਇੱਦਾਂ ਦੇ ਬਹੁਤ ਮੁੱਦੇ ਸੀਗੇ ਹਰੇਕ ਵਾਰ। ਜਾਂ ਇੱਕ ਪਿੱਛੇ ਜੇ ਆਪਣੇ ਇੱਕ ਆਇਆ ਸੀਗਾ ਮੁੱਦਾ ਜਦੋਂ ਇਲੈਕਸ਼ਨ ਸੀਗਾ ਕਿ ਜਿਹੜੇ ਠੇਕੇ ਨੇ ਉਹ ਸਰਕਾਰੀ ਕਰ ਦਿੱਤੇ ਜਾਣਗੇ, ਪਰੰਤੂ ਸਰਕਾਰੀ ਤਾਂ ਛੱਡੋ, ਉੱਥੇ ਵੀ ਲੁੱਟ ਖਸੁੱਟ ਹੋ ਰਹੀ ਆ, ਲੋਕ ਸ਼ਰਾਬਾਂ ਪੀ ਕੇ ਮਰ ਰਹੇ ਆ, ਇੰਨਾ ਮਾੜਾ ਹਾਲ ਹੋ ਰਿਹਾ, ਕਿਸੇ ਚੀਜ਼ ਤੇ ਕੋਈ ਇੰਪਲੀਮੈਂਟ ਨਹੀਂ ਹੋਇਆ। ਇਹ ਮਤਲਬ ਆਉਣ ਵਾਲਾ ਟਾਈਮ ਕੁਛ ਨਾ ਕੁਛ ਸੁਧਰੂਗਾ, ਲੋਕਾਂ ਨਾਲ ਦੇਖ ਕੇ ਕੋਈ ਨਾ ਕੋਈ ਨਵਾਂ ਪਰਿਵਰਤਨ ਜ਼ਰੂਰ ਦੇਖਣ ਨੂੰ ਮਿਲੂਗਾ। ਜੋ ਇਸ ਸਮੇਂ ਸਰਕਾਰਾਂ ਦੇ ਰਾਜਨੀਤਿਕ ਪਾਰਟੀਆਂ ਦੇ ਬਿਆਨ ਆ ਰਹੇ, ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ, ਕੀ ਲੱਗਦਾ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ? ਦੇਖਣ ਨੂੰ ਤਾਂ ਇਸੇ ਤਰ੍ਹਾਂ ਲੱਗ ਰਿਹਾ ਜੀ। ਚਾਹੇ ਕੋਈ ਵੀ ਪਾਰਟੀ ਆ, ਚਾਹੇ ਕਿਸੇ ਪਾਰਟੀ ਨਾਲ ਅਸੀਂ ਜਿਹੜੀ ਮਰਜ਼ੀ ਨਾਲ ਸੰਬੰਧ ਰੱਖਦੇ ਹਾਂ, ਜੋ ਮਰਜ਼ੀ, ਪਰ ਅਸੀਂ ਪਹਿਲਾਂ ਕਿਸਾਨ ਆ ਜੀ। ਇਸ ਤੋਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹ ਖੁੱਲ੍ਹ ਕੇ ਕਦੇ ਕੋਈ ਸਾਹਮਣੇ ਨਹੀਂ ਆ ਰਹੀਆਂ। ਮਤਲਬ ਕਹਿ ਦਿੰਦੀਆਂ ਅਸੀਂ ਕਿਸਾਨਾਂ ਦੇ ਨਾਲ ਆ, ਪਰੰਤੂ ਕੋਈ ਮਤਲਬ ਉਸ ਤਰ੍ਹਾਂ ਦਾ ਮੈਨੂੰ ਕੋਈ ਦਿਖਿਆ ਨਹੀਂ ਉਹਨਾਂ ਦਾ ਵੀ ਨਾਲ ਹੋਣ ਦਾ ਕੋਈ ਮਤਲਬ ਕੋਈ ਦਿਖੇ, ਕਲੀਅਰ ਦਿਖੇ। ਬਿਲਕੁਲ ਜੀ, ਇੱਕ ਪਾਸੇ ਤਾਂ ਕਿਹਾ ਜਾਂਦਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਦੂਜੇ ਪਾਸੇ ਇਸ ਕਾਨੂੰਨ ਦੇ ਜਿਹੜੀ ਹੈਗੀ ਸਹਿਮਤੀ ਦਿੱਤੀ ਜਾ ਰਹੀ ਹੈ ਸੈਂਟਰ ਦੀ। ਹਾਂਜੀ, ਇਹ ਸਹੀ ਗੱਲ ਆ। ਇਹ ਪਿੱਠ ਪਿੱਛੇ ਛੁਰਾ ਮਾਰਨੇ ਵਾਲੀ ਗੱਲ ਆ ਜੀ, ਕਿਸਾਨਾਂ ਦੇ ਪਿੱਠ ਪਿੱਛੇ ਛੁਰਾ ਮਾਰਿਆ ਜਾ ਰਿਹਾ ਹੈ। ਬਿਲਕੁਲ ਜੀ, ਕਿਸਾਨਾਂ ਦਾ ਕਹਿਣਾ ਕਿ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਰਾਜਨੀਤਿਕ ਪਾਰਟੀਆਂ ਵੀ ਜਿਹੜੀਆਂ ਹੈਗੀਆਂ ਪਿੱਠ ਪਿੱਛੇ ਛੁਰਾ ਮਾਰ ਰਹੀਆਂ, ਤੇ ਕਿਸਾਨਾਂ ਨੂੰ ਕਿਹਾ ਜਾ ਰਿਹਾ ਕਿ ਅਸੀਂ ਤੁਹਾਡੇ ਨਾਲ ਆ, ਤੇ ਦੂਜੇ ਪਾਸੇ ਸੈਂਟਰ ਦੇ ਵਿੱਚ ਜਿਹੜਾ ਹੈਗਾ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸਹਿਮਤੀ ਦਿੱਤੀ ਜਾ ਰਹੀ ਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੈਸ਼ਨਲ ਹਾਈਵੇ 205 ਦੀਆਂ, ਪੂਰਾ ਹਾਈਵੇ ਖਾਲੀ ਪਿਆ, ਜਾਮ ਪਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਜਿਹੜਾ ਰੂਟ ਡਾਇਵਰਟ ਕੀਤਾ ਗਿਆ ਹੈ, ਪੁਲਿਸ ਲਾਈਨ ਤੋਂ ਜਿਹੜਾ ਮੋਰਿੰਡੇ ਦੇ ਜ਼ਰੀਏ ਜਿਹੜੇ ਹੈਗੇ ਆ ਵਾਹਨਾਂ ਨੂੰ ਰਵਾਨਾ ਕੀਤਾ ਜਾ ਰਿਹਾ ਹੈ, ਤੇ ਜਾਮ ਪੂਰੀ ਤਰ੍ਹਾਂ ਲੱਗਿਆ ਹੋਇਆ। ਤੇ ਰਾਜਨੀਤਿਕ ਪਾਰਟੀਆਂ ਵੱਲੋਂ ਲਗਾਤਾਰ ਸਿਆਸੀ ਲੀਡਰਾਂ ਦੇ ਉੱਤੇ ਜਿਹੜੇ ਹੈਗੇ ਆ ਦੋਸ਼ ਲਗਾਏ ਜਾ ਰਹੇ ਨੇ ਕਿ ਵੋਟਾਂ ਦੇ ਸਮੇਂ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ, ਵਾਅਦੇ ਕੀਤੇ ਜਾਂਦੇ ਆ, ਪਰੰਤੂ ਜਦੋਂ ਜਿੱਤ ਜਾਂਦੇ ਆ, ਜਿੱਤਣ ਤੋਂ ਬਾਅਦ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਵੀ ਖੜੇ ਆ। ਸਰ, ਕੀ ਨਾਮ ਹੈ ਜੀ ਤੁਹਾਡਾ? ਬਲਵਿੰਦਰ ਸਿੰਘ।
ਕੀ ਕਹਿਣਾ ਚਾਹੁੰਦੇ ਹੋ ਅੱਜ ਧਰਨੇ ਦੇ ਵਿੱਚ ਸ਼ਾਮਲ ਹੋਏ ਹੋ? ਤਾਂ ਚਾਹੇ ਜ਼ਿਮੀਂਦਾਰਾਂ ਦੇ ਹੱਕ 'ਚ ਹੋਣਾ ਚਾਹੀਦਾ ਹੈ। ਕਿੰਨੀ ਦੇਰ ਤੋਂ ਕਿਸਾਨੀ ਕਰਦੇ ਹੋ? ਮੈਨੂੰ 14-15 ਸਾਲ ਹੋ ਗਏ। ਕੀ ਬਚਦਾ ਕੁਝ ਕਿਸਾਨੀ ਦੇ ਵਿੱਚ? ਕਿਸਾਨੀ ਗਵਰਨਮੈਂਟ ਦੇਊਗੀ ਤਾਂ ਹੀ ਬਚੂਗੀ। ਗਵਰਨਮੈਂਟ ਨੇ ਨਹੀਂ ਜ਼ਿਮੀਂਦਾਰਾਂ ਦਾ ਸਾਥ ਦਿੱਤਾ, ਫਿਰ ਕਿਆ ਬਚਣਾ। ਤੇ ਫਿਰ ਇਹ ਕਈ ਲੀਡਰ ਦਾ ਬਿਆਨ ਦੇ ਦਿੰਦੇ, ਅਗਲੇ ਕਹਿੰਦੇ ਕਿਸਾਨੀ 'ਚ ਜੇ ਕਿਸਾਨ ਕਹਿੰਦੇ ਬਚਦਾ ਨਹੀਂ, ਜੇ ਬਚਦਾ ਨਹੀਂ ਕਿਉਂ ਕਿਸਾਨੀ ਕਰੀ ਜਾਂਦੇ ਫਿਰ? ਲੀਡਰਾਂ ਨੂੰ ਪੁੱਛ ਕੇ ਦੇਖੋ ਵੀ ਕਿਸਾਨੀ ਤੋਂ ਆ ਕੇ ਦੇਖੋ, ਫਿਰ ਪਤਾ ਲੱਗਦਾ ਵੀ ਕਿਆ ਹੁੰਦਾ। ਡੀਜ਼ਲਾਂ ਦੇ ਕਿੱਥੇ ਰੇਟ ਗਏ ਵੇ ਆ, ਯੂਰੀਏ ਦੇ ਸੁਫਰ ਦੇ ਰੇਟ, ਡਾਈ ਦੇ ਰੇਟ ਕਿੱਥੇ ਗਏ ਵੇ ਆ। ਪਹਿਲੀ ਗੱਲ ਡੀਜ਼ਲ 'ਚ ਨਹੀਂ ਕੁਛ ਵੱਧਦਾ ਜ਼ਿਮੀਂਦਾਰਾਂ ਨੂੰ। ਕਾਹਦੀ ਖੇਤੀ ਕਰਦੇ ਤੁਸੀਂ? ਅਸੀਂ ਆਈ ਜੀਰੀ ਕਣਕ। ਜੀਰੀ ਕਣਕ ਪੂਰਾ ਮੁੱਲ ਮਿਲ ਜਾਂਦਾ? ਮੁੱਲ ਜੇ ਦਊਗੀ ਜ਼ਿਮੀਂਦਾਰ ਨੂੰ ਤਾਂ ਹੀ ਮਿਲੂਗਾ। ਅੱਛਾ, ਸਰਕਾਰ ਨੇ ਜਿਹੜਾ ਕਾਂਗਰਸ ਸਰਕਾਰ ਆਈ ਸੀ ਸੱਤਾ ਦੇ ਵਿੱਚ ਵਾਅਦੇ ਕੀਤੇ ਸੀ ਕਿਸਾਨਾਂ ਨਾਲ, ਕਰਜ਼ਾ ਮਾਫੀ ਦੇ ਹੋਰ ਕਈ ਵਾਅਦੇ ਕੀਤੇ ਸੀ, ਕੀ ਪੂਰੇ ਹੋਏ ਆ ਲੱਗਦਾ? ਨਹੀਂ, ਕੁਛ ਵੀ ਨਹੀਂ ਪੂਰਾ। ਕਰਜ਼ਾ ਤੁਹਾਡਾ ਕੋਈ ਹੋਇਆ ਮਾਫ? ਕੋਈ ਵੀ ਨਹੀਂ ਮਾਫ ਹੋਇਆ ਸਾਡਾ। ਸਾਡੇ ਗੰਨੇ ਦੇ ਪੈਸੇ ਖੜੇ ਉਹ ਨਹੀਂ ਮਿਲੇ ਹੁਣ ਤੱਕ। ਬਿਲਕੁਲ, ਕਿਸਾਨਾਂ ਦਾ ਇਹ ਵੀ ਦੋਸ਼ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਜਿਹੜਾ ਹੈਗਾ ਜੋ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਕੀਤਾ ਗਿਆ। ਮਤਲਬ ਕੀ ਸਰ, ਕੀ ਨਾਮ ਹੈ ਤੁਹਾਡਾ? ਗੁਰਮੇਲ ਸਿੰਘ ਬਾੜਾ। ਕੀ ਕਹਿਣਾ ਚਾਹੁੰਦੇ ਹੋ ਅੱਜ ਮੌਕੇ ਤੇ ਧਰਨੇ ਦੇ ਵਿੱਚ ਪਹੁੰਚੇ ਤੁਸੀਂ? ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਇਹ ਮੰਡੀਆਂ ਦਾ ਸਿਸਟਮ ਵਧੀਆ ਚੱਲ ਰਿਹਾ ਸੀ, ਸਰਕਾਰ ਕੀਮਤਾਂ ਦੇ ਰਹੀ ਹੈ, ਵੀ ਇਹਨੂੰ ਇਸੇ ਤਰ੍ਹਾਂ ਚੱਲਣ ਦੇਣਾ ਚਾਹੀਦਾ ਸੀ। ਪਰ ਵਪਾਰੀ ਵੱਡੇ ਘਰਾਣੇ ਨੂੰ ਫਾਇਦਾ ਪਹੁੰਚਾਉਣ ਵਾਸਤੇ, ਮੰਡੀ ਸਿਸਟਮ ਨੂੰ ਫੇਲ ਕਰਨ ਵਾਸਤੇ ਇਹ ਆਰਡੀਨੈਂਸ ਲਿਆਂਦੇ ਆ, ਔਰ ਜਿਨ੍ਹਾਂ ਦਾ ਹੁਣ ਕਾਨੂੰਨ ਬਣਾਉਣ ਲੱਗਿਆ ਇਹ। ਇਹਦੇ ਲਈ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਣਾ। ਜਿਹੜੀ ਕਿਸਾਨੀ ਹੈ ਉਹਨਾਂ ਬਰਬਾਦ ਹੋ ਜਾਣਾ, ਔਰ ਜਿਹੜੀ ਕਿ ਪਹਿਲਾਂ ਹੀ ਬੇਰੁਜ਼ਗਾਰੀ ਹੈ, ਮਜ਼ਦੂਰ ਨੂੰ ਮਜ਼ਦੂਰੀ ਨਹੀਂ ਮਿਲਦੀ, ਉਹਦੇ ਨਾਲ ਜਦੋਂ ਕਿਸਾਨਾਂ ਦੀ ਜ਼ਮੀਨ ਵੱਡੇ ਘਰਾਣਿਆਂ ਕੋਲ ਚਲੇ ਜਾਣੀ ਹੈ ਤਾਂ ਕਿਸਾਨਾਂ ਨੇ ਵੀ ਮਜ਼ਦੂਰੀ ਵਿੱਚ ਆ ਜਾਣਾ। ਔਰ ਇੱਥੋਂ ਤੱਕ ਵੀ ਹੈ ਕਿ ਪੰਜਾਬ ਹਰਿਆਣੇ ਦੇ ਹਾਲਾਤ ਖਰਾਬ ਨਾ ਹੋ ਜਾਣ। ਇਹਦੇ ਲਈ ਸਰਕਾਰ ਨੂੰ ਬਹੁਤ ਸੋਚਣ ਦੀ ਲੋੜ ਹੈ ਵੀ ਜਿਹੜਾ ਸਿਸਟਮ ਚੱਲਦਾ, ਜੇ ਵਪਾਰੀ ਨੇ ਖਰੀਦਣੀ ਹੈ ਤਾਂ ਉਹ ਮੰਡੀ ਬੋਰਡ ਦੇ ਥਰੂ ਖਰੀਦੇ, ਟੈਕਸ ਦੇਵੇ, ਤਾਂ ਕਿ ਉਹ ਸਾਰਾ ਸਿਸਟਮ ਚੱਲਦਾ ਰਹੇ। ਇੱਕ ਲੋਕਾਂ ਦੇ ਵਿੱਚ ਚਰਚਾ ਕਿ ਕਿਸਾਨ ਲੜਾਈ ਤਾਂ ਲੜ ਰਹੇ ਆਪਣੇ ਹੱਕਾਂ ਦੇ ਵਾਸਤੇ, ਪਰੰਤੂ ਟੁਕੜੇ ਟੁਕੜੇ ਹੋ ਕੇ ਲੜ ਰਹੇ। ਇਹਨਾਂ 'ਚ ਏਕਤਾ ਨਹੀਂ ਆ। ਅੱਜ ਵੀ 12 ਯੂਨੀਅਨ ਹੈ, ਕਿਉਂ ਨਹੀਂ ਇੱਕ ਯੂਨੀਅਨ ਬਣਦੀ? ਅੱਜ ਸਟੇਜ ਦੇ ਉੱਤੇ ਬੋਲਣ ਨੂੰ ਲੈ ਕੇ ਇੱਕ ਕਿਸਾਨ ਕਹਿੰਦਾ ਮੈਨੂੰ ਬੋਲਣ ਨਹੀਂ ਦਿੱਤਾ। ਆਪਸ ਵਿੱਚ ਏਕਤਾ ਨਹੀਂ, ਕਿਵੇਂ ਜਿੱਤ ਹੋਊਗੀ ਕਿਸਾਨਾਂ ਦੀ? ਚਲੋ ਕਿਸੇ ਦੇ ਭਾਵ ਉਹਨੇ ਕੋਈ ਕਿਸਾਨ ਟਾਈਮ ਮੰਗਦਾ ਸੀ, ਉਹਦੇ ਵਿੱਚ ਹੋ ਸਕਦਾ ਟਾਈਮ ਦੀ ਘਾਟ ਕਰਕੇ, ਪਰ ਇੱਕ ਸਟੈਪ ਤਾਂ ਸਾਰੀਆਂ ਕਿਸਾਨ ਬੰਦੀਆਂ ਅੱਗੇ ਤੁਰੀਆਂ ਨਾ। ਪਹਿਲਾਂ ਤਾਂ ਪ੍ਰੋਗਰਾਮ ਵੀ ਅਲੱਗ-ਅਲੱਗ ਦੰਦੀਆਂ ਤੀਆਂ, ਪਰ ਹੁਣ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਭਾਰਤੀ ਕਿਸਾਨ ਯੂਨੀਅਨ ਆ, ਉਹਨਾਂ ਨੇ ਇੱਕ ਪਲੇਟਫਾਰਮ ਪਰ ਆ ਕੇ ਅੱਜ ਇੱਕ ਸਾਰੇ ਪੰਜਾਬ ਵਿੱਚ ਇੱਕ ਪ੍ਰੋਗਰਾਮ ਦਿੱਤਾ। ਹੌਲੀ ਹੌਲੀ ਸਾਰੇ ਇਕੱਠੇ ਵੀ ਹੋ ਜਾਣਗੇ। ਨਹੀਂ, ਇਹਦੇ 'ਚ ਤਾਂ ਦੋਸ਼ ਇਹ ਵੀ ਹੈ ਕਈ ਕਿਸਾਨ ਜਿਹੜੇ ਹੈਗੀ ਹੈ ਜਥੇਬੰਦੀਆਂ ਜਦੋਂ ਆਪਣੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਸੱਤਾ ਦਾ ਲਾਲਚ ਮਾਣਦੀਆਂ, ਚੇਅਰਮੈਨੀਆਂ ਲੈਂਦੇ ਆ ਤੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਆਪਣੇ ਪਿੱਛੇ ਲਾਈ ਰੱਖਦੇ ਆ। ਜਦੋਂ ਆਪਣੀ ਸਰਕਾਰ ਹੁੰਦੀ ਉਦੋਂ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਨਹੀਂ ਹੈ, ਜਦੋਂ ਕਿਸਾਨ ਚਲੀ ਜਾਂਦੀ ਤੇ ਧਰਨੇ ਲਾ ਦਿੰਦੇ ਆ। ਜਿਹੜੇ ਕਿਸਾਨ ਲੀਡਰ ਐਸਾ ਕਰਦੇ ਆ, ਉਹ ਕਿਸਾਨਾਂ ਵਿੱਚ ਵੀ ਉਹਦਾ ਵਿਰੋਧ ਹੁੰਦਾ। ਇਹ ਤੁਹਾਡੀ ਗੱਲ ਵਧੀਆ ਠੀਕ ਹੈਗੀ ਆ। ਜਿਹੜੇ ਕਿਸਾਨ ਲੀਡਰ ਵਾਕਈ ਕਿਸਾਨੀ ਵਾਸਤੇ ਆਪਣਾ ਜੀਵਨ ਲਾ ਰਹੇ ਆ, ਸੇਵਾ ਕਰਨੀ ਚਾਹੁੰਦੇ ਆ, ਉਹਨਾਂ ਨੂੰ ਇਹ ਨਹੀਂ ਅਪਣਾਉਣਾ ਚਾਹੀਦਾ, ਨਹੀਂ ਅਹੁਦੇ ਲੈਣੇ ਚਾਹੀਦੇ। ਜੇ ਅਹੁਦੇ ਲੈਂਦੇ ਵੀ ਆ ਤਾਂ ਜਦੋਂ ਲੋੜ ਪੈਂਦੀ ਹੈ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਨੂੰ ਭੁਗਤਣਾ ਚਾਹੀਦਾ, ਕਿਸਾਨਾਂ ਦੀ ਰਾਖੀ ਕਰਨੀ ਚਾਹੀਦੀ ਹੈ। ਇੱਕ ਸਵਾਲ ਹੈ ਕਿ ਕਿਸਾਨ ਯੂਨੀਅਨ ਜਿਹੜੀ ਆ ਉਹਦਾ ਸਿਆਸੀ ਪਾਰਟੀ ਨਾਲ ਜਿਹੜਾ ਹੈਗਾ ਸੰਬੰਧ ਹੋਣਾ ਚਾਹੀਦਾ ਜਾਂ ਨਹੀਂ, ਕੀ ਮੰਨਦੇ ਹੋ? ਮੈਂ ਤਾਂ ਇਹ ਕਹਿਣਾ, ਵੈਸੇ ਮੈਂ ਵੀ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਰਿਹਾ ਕਾਫੀ ਦੇਰ। ਜਦੋਂ 80-81 'ਚ ਕਿਸਾਨ ਯੂਨੀਅਨ ਬਣਿਆ ਸੀ ਉਦੋਂ ਤੋਂ ਚੱਲਦੇ ਆਉਂਦੇ ਆ। ਅਸੀਂ ਤਾਂ ਪਹਿਲਾਂ ਇਹ ਰਾਏ ਦਿੰਦੇ ਰਹੇ ਆ ਵੀ ਜਾਂ ਕਿਸਾਨ ਯੂਨੀਅਨ ਇੱਕ ਦੀ ਚੜ੍ਹਾਈ ਤੇ ਇਹਨਾਂ ਨੂੰ ਆਪਣਾ ਸਿਆਸੀ ਵਿੰਗ ਬਣਾ ਕੇ ਰਾਜ ਭਾਗ 'ਚ ਜਾਣਾ ਚਾਹੀਦਾ ਤਾਂ ਜੋ ਕਿ ਉੱਥੇ ਕਿਸਾਨਾਂ ਦੀ ਗੱਲ ਹੋ ਸਕੇ। ਪਰ ਜਿਹੜੀਆਂ ਸਿਆਸੀ ਪਾਰਟੀਆਂ ਉਹਦੇ ਨਾਲ ਕਿਸੇ ਕਿਸਾਨ ਯੂਨੀਅਨ ਨੂੰ ਜੋੜਨਾ ਨਹੀਂ ਚਾਹੀਦਾ, ਕਿਉਂਕਿ ਉਹ ਤਾਂ ਆਪਣਾ ਲਾਭ ਲੈਂਦੇ ਆ, ਪਰ ਕਿਸਾਨਾਂ ਦੇ ਹੱਕ ਵਿੱਚ ਕੋਈ ਵੀ ਭੁਗਤਣ ਨੂੰ ਤਿਆਰ ਨਹੀਂ ਹੈ। ਇੱਕ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਜਾਮ ਦੇ ਵਿੱਚ, ਉਹਨਾਂ ਦਾ ਕਹਿਣਾ ਕਿ ਜਦੋਂ ਵੀ ਧਰਨੇ ਲੱਗਦੇ ਆ, ਚਾਹੇ ਸਿਆਸੀ ਪਾਰਟੀਆਂ ਹੋਣ, ਕਿਸਾਨ ਹੋਣ, ਕੋਈ ਵੀ ਜਥੇਬੰਦੀਆਂ ਹੋਣ, ਸੜਕਾਂ ਜਾਮ ਕਰਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਆ। ਜਦੋਂ ਕਿ ਚਾਹੀਦਾ ਲੀਡਰਾਂ ਦੇ ਕੋਠੀਆਂ ਘੇਰਨ ਜਿਹੜੇ ਹੈਗੇ ਆ ਜਾਂ ਸਰਕਾਰੀ ਦਫ਼ਤਰਾਂ ਦਾ ਘਿਰਾਓ ਕਰਨ, ਆਮ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾਂਦਾ? ਦੇਖੋ, ਜਿਹੜੇ ਪ੍ਰੋਗਰਾਮ ਵੱਖ-ਵੱਖ ਦਿੱਤੇ ਰਹੇ ਆ, ਸਿਆਸੀ ਲੀਡਰਾਂ ਦੀਆਂ ਕੋਠੀਆਂ ਵੀ ਘੇਰੀਆਂ ਜਾ ਰਹੀਆਂ, ਪਰ ਆਪਣਾ ਜਿਹੜਾ ਦੁੱਖ ਹੈ, ਦਰਦ ਹੈ, ਉਹਨੂੰ ਹਾਈਲਾਈਟ ਕਰਨ ਵਾਸਤੇ, ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਹੋਰ ਕੋਈ ਢੰਗ ਤਰੀਕਾ ਨਹੀਂ ਹੈ।
ਨਹੀਂ ਕੀ ਲੱਗਦਾ ਇਹਦੇ ਨਾਲ ਤੁਹਾਡੀ ਆਵਾਜ਼ ਉੱਥੇ ਪਹੁੰਚੂਗੀ? ਲੋਕ ਪਰੇਸ਼ਾਨ, ਬਿਲਕੁਲ। ਸਿਆਸੀ ਲੀਡਰਾਂ ਤੋਂ ਕੋਈ ਦਿੱਕਤ ਨਹੀਂ, ਉਹ ਤਾਂ ਬੈਠੇ ਆ ਦਫ਼ਤਰਾਂ ਦੇ ਉਹ ਵਿੱਚ। ਤਾਂ ਬੈਠੇ ਆ, ਪਰ ਉਹਨਾਂ ਨੇ ਮੁੜ ਕੇ ਆਉਣਾ ਤਾਂ ਲੋਕਾਂ ਕੋਲ ਹੈ ਨਾ। ਜਦੋਂ ਵੋਟਾਂ ਲੈਣੀਆਂ, ਸਰਕਾਰਾਂ ਬਣਾਉਣੀਆਂ, ਫਿਰ ਤਾਂ ਲੋਕਾਂ ਕੋਲੇ ਆਉਣਾ। ਲੋਕਾਂ ਦੇ ਮਨ ਵਿੱਚ ਇਹ ਗੱਲ ਵੱਸਦੀ ਹੈ ਵੀ ਕਿਹੜਾ ਸਾਡੇ ਹੱਕ 'ਚ ਭੁਗਤਦਾ, ਕਿਹੜਾ ਨਹੀਂ ਭੁਗਤਦਾ, ਕਿਹੜਾ ਸਿਆਸੀ ਲੀਡਰ ਆਪਣੀਆਂ ਹੀ ਰੋਟੀਆਂ ਸੇਕਦਾ। ਆਉਣ ਵਾਲੇ ਸਮੇਂ 'ਚ ਹੌਲੀ ਹੌਲੀ ਇਹ ਲੋਕ ਤਿਆਰ ਹੋ ਰਹੇ ਆ ਵੀ ਅਸੀਂ ਸਿਆਸੀ ਲੀਡਰਾਂ ਤੇ ਆਪਣੇ ਜਿਹੜੇ ਲੇਖਾ ਜੋਖਾ ਹਿਸਾਬ ਕਿਤਾਬ ਮੰਗਾਂਗੇ। ਲੋਕਾਂ ਦਾ ਇੱਕ ਸੁਝਾਅ ਹੈ ਕਿ ਇਹ ਧਰਨੇ ਪ੍ਰਦਰਸ਼ਨ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਬਾਈਕਾਟ ਕਰਨਾ ਚਾਹੀਦਾ ਸਿਆਸੀ ਪਾਰਟੀਆਂ ਦਾ, ਸਿਆਸੀ ਲੀਡਰਾਂ ਦਾ। ਪਿੰਡਾਂ ਦੇ ਵਿੱਚ ਉਹਨਾਂ ਦੀ ਐਂਟਰੀ ਬੰਦ ਹੋਣੀ ਚਾਹੀਦੀ ਆ। ਇਹ ਤਾਂ ਜਿਹੜਾ ਹੈਗਾ ਇਹਨਾਂ ਦਾ ਕਿਸਾਨਾਂ ਦਾ ਸਫਲ ਹੋ ਸਕਦਾ ਸੰਘਰਸ਼। ਲੋਕਾਂ ਨੂੰ ਪਰੇਸ਼ਾਨ ਕਰਕੇ ਕੁਝ ਨਹੀਂ ਮਿਲਣਾ। ਅਸੀਂ ਇਹਦੇ ਨਾਲ ਇਹ ਵੀ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਨੇ ਦਿੱਤਾ ਵੀ ਜਿਹੜਾ ਵੀ ਐਮਪੀ ਇਹਦੇ ਹੱਕ 'ਚ ਵੋਟ ਪਾਉਂਦਾ, ਅਸੀਂ ਉਹਨਾਂ ਨੂੰ ਪਿੰਡਾਂ 'ਚ ਨਹੀਂ ਬਣ ਦੇਵਾਂਗੇ, ਜਿਹਦਾ ਮਰਜ਼ੀ ਪਾਰਟੀ ਦਾ ਹੋਵੇ। ਔਰ ਜਿਹੜਾ ਹੱਕ 'ਚ ਬੋਲੂਗਾ ਉਹਦਾ ਹਰਾ ਨਾਰਾ ਮਾਰਾਂਗੇ। ਇੱਥੇ ਵੀ ਅਸੀਂ ਅੱਜ ਸਾਰੇ ਦਿਨ ਦਾ ਧਰਨਾ ਨਹੀਂ ਰੱਖਿਆ ਹੈਗਾ ਲੋਕਾਂ ਨੂੰ, ਸਾਰੇ ਪੰਜਾਬ ਵਿੱਚ ਸਿਰਫ 2 ਘੰਟੇ ਦਾ ਹੈਗਾ ਪ੍ਰੋਟੈਸਟ। ਉਹਦੇ ਲਈ ਵੀ ਜਿਹੜਾ ਐਮਰਜੈਂਸੀ ਹੈ, ਕੋਈ ਬਿਮਾਰ ਹੈ, ਕੋਈ ਐਂਬੂਲੈਂਸ ਹੈ, ਉਹਨੂੰ ਵੀ ਨਹੀਂ ਰੋਕਦੇ ਹੈਗੇ ਆ। ਅਸੀਂ ਤਾਂ ਚਾਹੁੰਦੇ ਹਾਂ ਵੀ ਲੋਕਾਂ ਨੂੰ ਤਕਲੀਫ ਨਾ ਹੋਵੇ, ਪਰ ਹੁਣ ਜਦੋਂ ਮੌਤ ਆ ਗਈ ਹੈ, ਕਿਸਾਨੀ ਦੀ ਇੱਕ ਖਤਮ ਹੋਣ ਦੇ ਕਿਨਾਰੇ ਆ ਗਈ ਹੈ, ਤਾਂ ਲੋਕ ਫਿਰ ਸੜਕਾਂ 'ਤੇ ਨਿਕਲਦੇ ਆ। ਸੜਕਾਂ 'ਤੇ ਉਹ ਮਨ ਵਰਤ ਰੱਖਦੇ ਆ, ਸੜਕਾਂ 'ਤੇ ਪਰਿਵਾਰ ਨਿਕਲਦੇ ਆ। ਇਹੀ ਲੜਾਈ ਫਿਰ ਸ਼ੁਰੂ ਹੁੰਦੀ ਹੈ। ਸੁਣਨ 'ਚ ਆ ਰਿਹਾ ਹੈ ਕਿ ਕੈਪਟਨ ਸਾਹਿਬ ਨੇ ਜਿਹੜਾ ਹੈਗਾ ਸਹਿਮਤੀ ਦਿੱਤੀ ਹੈ ਕਾਨੂੰਨ ਦੇ ਵਿੱਚ। 5 ਮੁੱਖ ਮੰਤਰੀ ਸੀਗੇ 5 ਰਾਜਾਂ ਦੇ, ਉਹਦੇ ਵਿੱਚ ਕੈਪਟਨ ਸਾਹਿਬ ਦੇ ਵੀ ਜਿਹੜੀ ਹੈਗੀ ਆ ਸ਼ਮੂਲੀਅਤ ਹੈਗੀ ਆ। ਇਸ ਤੋਂ ਇਲਾਵਾ ਅਕਾਲੀ ਦਲ ਦੇ ਜਿਹੜੇ ਹੈਗੇ ਐਮਪੀ ਸੁਖਬੀਰ ਸਿੰਘ ਬਾਦਲ ਹੋਣ, ਹਰਸਿਮਰਤ ਬਾਦਲ ਹੋਣ, ਉਹਨਾਂ ਵੱਲੋਂ ਵੀ ਸਹਿਮਤੀ ਦਿੱਤੀ ਗਈ ਆ। ਕੀ ਤੁਸੀਂ ਇਹਨਾਂ ਦਾ ਵਿਰੋਧ ਕਰਦੇ ਹੋ? ਇਹਨਾਂ ਦੀ ਜਿਹੜੇ ਹੈਗੇ ਇਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਕਰੋਗੇ? ਬਿਲਕੁਲ। ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਹੈ ਵੀ ਤੁਸੀਂ ਸੜਕਾਂ ਪਰ ਕਿਉਂ ਇਕੱਠ ਕਰਦੇ ਆ, ਕਿਉਂ ਬਾਹਰ ਨਿਕਲਦੇ ਆ, ਇਸੇ ਦਾ ਪ੍ਰਭਾਵ ਹੈ। ਜਿਹੜਾ ਕੈਪਟਨ ਸਾਹਿਬ ਨੇ ਵਿਧਾਨ ਸਭਾ 'ਚ ਮਤਾ ਪਾਸ ਕਰਿਆ, ਉਹ ਕਿਸਾਨਾਂ ਦੇ ਰੋਸ ਕਰਕੇ ਹੀ ਕਰਿਆ। ਜੇ ਅੱਜ ਸੁਖਬੀਰ ਬਾਦਲ, ਸਿਮਰਨਜੀਤ ਬਾਦਲ ਕੀ ਮਤਾ ਪਾਸ ਕੀਤਾ ਵਿਧਾਨ ਸਭਾ 'ਚ? ਕਿਹੜੀ ਜਿਹੜਾ ਉਹਨਾਂ ਨੇ ਵਿਧਾਨ ਸਭਾ 'ਚ ਆਰਡੀਨੈਂਸਾਂ ਦਾ ਵਿਰੋਧ ਦਾ ਮਤਾ, ਆਰਡੀਨੈਂਸ ਦੀ ਗੱਲ ਕਰ ਰਿਹਾ ਮੈਂ, ਉੱਥੇ ਗੱਲ ਕਰ ਰਿਹਾ, ਦਿੱਲੀ ਦੀ ਗੱਲ ਕਰ ਰਿਹਾ, ਜਿਹੜਾ ਕੇਂਦਰ ਵੱਲੋਂ ਲਾਗੂ ਕੀਤੇ ਜਾ ਰਹੇ, ਉੱਥੇ ਸਹਿਮਤੀ ਦਿੱਤੀ ਗਈ ਹੈ। ਜਿਹੜੀ ਉਹ ਸਹਿਮਤੀ ਦਿੱਤੀ ਗਈ ਹੈ। ਜਿਹੜੀਆਂ ਸਿਆਸੀ ਪਾਰਟੀਆਂ, ਅਸੀਂ ਤਾਂ ਪਹਿਲੇ ਹੀ ਰੌਲਾ ਪਾਉਨੇ ਆ, ਇਹ ਵਿੱਚੋਂ ਸਾਰੀਆਂ ਇੱਕੇ ਆ। ਉੱਪਰ ਇਹਨਾਂ ਦਾ ਡਰਾਮੇਬਾਜ਼ੀ ਹੈ। ਜਿਹੜਾ ਜਿਹਦਾ ਜਿੱਧਰ ਨੂੰ ਚੱਲਦਾ, ਜੇ ਅੱਜ ਕੈਪਟਨ ਪਰ ਗੱਲ ਆਈ ਉਹ ਮੁੱਕਰ ਗਿਆ, ਮੈਂ ਉੱਥੇ ਹੈ ਨਹੀਂ ਤਾਂ, ਔਰ ਉਹ ਸੈਂਟਰ ਵਾਲਿਆਂ ਨੇ ਇਹਦੇ ਪਰ ਸਿੱਟਣ ਵਾਸਤੇ ਕਹਿਤਾ ਵੀ ਇਹ ਵਿੱਚ ਤਾਂ ਜਿਹੜਾ ਇਹਨੇ ਪਾਸ ਕਰਾਇਆ ਹੈਗਾ। ਇਹ ਜਿਹੜੇ ਸਿਆਸੀ ਲੋਕ ਹੈ, ਇਹ ਸਾਰੇ ਵਿੱਚੋਂ ਇੱਕ ਹੈ, ਜਨਤਾ ਨੂੰ ਲੁੱਟ ਰਹੇ ਹੈ, ਵਿੱਚ ਇਹਨਾਂ ਦੀਆਂ ਰਿਸ਼ਤੇਦਾਰੀਆਂ। ਇਹ ਤਾਂ ਇੱਕ ਸਾਨੂੰ ਭੁਲੇਖਾ ਪਾਉਣ ਵਾਸਤੇ ਇੱਕ ਦੂਏ ਨੂੰ ਗਾਲਾਂ ਕੱਢ ਰਹੇ। ਕਿੰਨੇ ਸਾਲ ਹੋ ਗਏ ਕਿਸਾਨਾਂ ਨੂੰ ਸੰਘਰਸ਼ ਕਰਦੇ ਹੋਏ ਆਪਣੇ ਹੱਕਾਂ ਦੇ ਲਈ? ਇਹ ਜਿਹੜੀ ਜਥੇਬੰਦੀ ਹੈ ਲਗਭਗ 80-81 ਤੋਂ ਭਾਰਤੀ ਕਿਸਾਨ ਯੂਨੀਅਨ ਹੋਂਦ 'ਚ ਆਈ ਸੀਗੀ। ਉਹਦੇ ਨਾਲ ਜਿਹੜੀ ਕਿਸਾਨ ਜਥੇਬੰਦੀ ਲੜਦੀ ਆਉਂਦੀ ਹੈ, ਕਿਸਾਨਾਂ ਨੂੰ ਉਹਦਾ ਬੈਨੀਫਿਟ ਕਾਫੀ ਮਿਲਿਆ। ਪਰ ਜਿਹੜੇ ਮਕਾਮ ਪਰ ਪਹੁੰਚਣਾ ਚਾਹੁੰਦੀ ਸੀ ਉਹ ਹਾਸਲ ਨਹੀਂ ਕਰ ਸਕੀ ਵੀ ਜਿਹੜਾ ਸਾਡਾ ਫਸਲਾਂ ਦਾ ਰੇਟ ਹੈ ਉਹ ਕੀਮਤ ਸੂਚਕ ਨਾਲ ਜੋੜਿਆ ਜਾਵੇ। ਪਰ ਕਿਸਾਨਾਂ ਦੀ ਲੜਾਈ ਕਰਕੇ ਹੀ ਪਹਿਲਾਂ ਬਾਦਲ ਸਾਹਿਬ ਨੂੰ ਜੌਹਲ ਕਮੇਟੀ ਬਣਾਉਣੀ ਪਈ, ਫਿਰ ਜਿਹੜਾ ਆਪਣਾ ਸੈਂਟਰ ਨੇ ਮਨਮੋਹਨ ਸਿੰਘ ਨੇ ਇਹ ਸਵਾਮੀਨਾਥਨ ਕਮਿਸ਼ਨ ਕਰ ਕੀਤਾ ਵੀ ਉਹ ਆਪਣੀ ਰਿਪੋਰਟ ਦੇਵੇ ਵੀ ਕਿਸਾਨਾਂ ਦਾ ਕਿਆ ਘਾਟ ਵਾਧ ਹੈ। ਤੁਸੀਂ ਦੱਸਿਆ ਕਿ ਲਾਗੂ ਨਹੀਂ ਕਰਦੀ। ਤੁਸੀਂ ਦੱਸਿਆ ਕਿ 80-81 ਤੋਂ ਕਿਸਾਨ ਲੜਾਈ ਲੜ ਰਹੇ ਆ ਰਹੇ ਆਪਣੇ ਸੰਘਰਸ਼ ਦੇ ਲਈ, ਫਿਰ ਕਿਉਂ 41 ਸਾਲ ਦੇ ਵਿੱਚ 2 ਹੀ ਪਾਰਟੀਆਂ ਨੂੰ ਜਿਹੜਾ ਹੈਗਾ ਬਾਰ-ਬਾਰ ਲਿਆਂਦਾ ਜਾਂਦਾ? ਜਦੋਂ ਤੁਹਾਨੂੰ ਪਤਾ ਤਾਂ ਇਨਸਾਫ ਨਹੀਂ ਮਿਲਿਆ 41 ਸਾਲ ਦੇ ਵਿੱਚ, ਬਾਰ-ਬਾਰ ਉਹਨਾਂ ਨੂੰ ਵੋਟਾਂ ਪਾ ਕੇ ਕਿਉਂ ਜਿਤਾਇਆ ਜਾ ਰਿਹਾ? ਉਹਦੇ ਨਾਲ ਇਹ ਸੀਗਾ ਵੀ ਜਿਸ ਤਰ੍ਹਾਂ ਤੀਆ ਬਦਲੇ ਨਹੀਂ ਸੀਗਾ, ਜਦੋਂ ਮਜਬੂਰੀ ਹੈ ਤੀਆ ਬਦਲ ਤਾਂ ਆ ਰਹੇ, ਕਈ ਵਾਰੀ ਆਲੇ PPI ਸੀਗੀ, ਉਹ ਤੋਂ ਬਾਅਦ ਆਮ ਆਦਮੀ ਪਾਰਟੀ ਵਾਲੀ। ਉਹ ਆਪਣੀ ਇੰਨੀ ਪਿੰਡਾਂ 'ਚ ਸਾਰਿਆਂ 'ਚ ਪਾਰਟੀ ਦੀ ਕਮੀ ਨਹੀਂ ਕਰ ਸਕੇ ਗਏ, ਹੋਂਦ ਨਹੀਂ ਬਣਾ ਸਕੇ ਹੈਗੇ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਆਈ, ਉਹਦੀ ਵੀ ਜਿਹੜੀ ਉੱਪਰਲੀ ਲੜਾਈ ਤੀ ਲੋਕ, ਹਾਲਾਂਕਿ ਸਾਰੇ ਕਿਸਾਨ ਉਹਦੇ ਹੱਕ 'ਚ ਤੁਰ ਪਏ ਤੇ, ਪਰ ਉਹ ਉਹਨਾਂ ਦੀ ਲੜਾਈ ਕਰਕੇ ਕਿਸਾਨਾਂ ਦਾ ਵਿਸ਼ਵਾਸ ਉੱਠ ਗਿਆ ਵੀ ਇਹ ਪੰਜਾਬ ਨੂੰ ਕਿਵੇਂ ਚਲਾਉਣਗੇ, ਕਿਆ ਕਰਨਗੇ। ਔਰ ਦੂਜੀ ਗੱਲ ਹੈ ਵੀ ਜਿਹੜਾ ਪਹਿਲਾਂ ਭੁਲੇਖਾ ਪੈਂਦਾ ਰਿਹਾ ਕਿਸਾਨਾਂ ਨੂੰ ਵੀ ਪਹਿਲਾਂ ਅਕਾਲੀ ਦਲ ਤੇ ਜੀ ਇਹਨਾਂ ਦਾ ਕੁਝ ਕਰਿਆ ਨਹੀਂ, ਹੁਣ ਕਾਂਗਰਸ ਨੂੰ ਚੁਣ ਦਿਓ। ਔਰ ਕਾਂਗਰਸ ਨੂੰ ਜਦ 2 ਤੇ 3 ਤੇ ਲੈ ਕੇ 7 ਤਾਈਂ ਕੈਪਟਨ ਆਇਆ, ਉਹਨੇ ਕਿਸਾਨਾਂ ਦੇ ਹੱਕ 'ਚ ਕੋਈ ਹਰਾ ਨਾਰਾ ਮਾਰਿਆ, ਕੋਈ ਕੰਮ ਕਰਿਆ। ਇਸ ਕਰਕੇ ਲੋਕਾਂ ਨੂੰ ਥੋੜ੍ਹਾ ਜਿਹਾ ਇਸ ਵਾਰ ਉਮੀਦ ਸੀ ਵੀ ਇਹ ਸ਼ਾਇਦ ਮੁੜ ਕੇ ਕਿਸਾਨਾਂ ਦੇ ਹੱਕ 'ਚ ਕੋ ਭੁਗਤੇ, ਕਿਉਂਕਿ ਉਸ ਟਾਈਮ ਉਹਨਾਂ ਜਾ ਕੇ ਦਿੱਲੀ ਧਰਨੇ 'ਚ ਮੁੱਖ ਮੰਤਰੀ ਹੁੰਦੇ ਹੋਏ ਵੀ
ਸ਼ਮੂਲੀਅਤ ਕੀਤੀ ਸੀ। ਪਰ ਇਸ ਵਾਰ ਕੈਪਟਨ ਨੇ ਪਹਿਲਾਂ ਹੀ ਮੇਰਾ ਖਿਆਲ ਸਮਝੌਤਾ ਕਰ ਲਿਆ ਇਹਨਾਂ ਨਾਲ। ਹੁਣ ਤਾਂ ਬਿਲਕੁਲ ਰਲ ਕੇ ਹੀ ਚੱਲਦੇ ਆ। ਇੱਕ ਕਿਸਾਨਾਂ ਲਈ ਤਾਂ ਇਹਨਾਂ ਦੀ ਆਪਣੀ ਉੱਪਰ ਹੀ ਲੜਾਈ ਆ। ਕਰਜ਼ਾ ਮਾਫ ਹੋਇਆ ਕਿਸਾਨਾਂ ਦਾ? ਗਿਣਵੇਂ ਬੰਦਿਆਂ ਦਾ ਹੋਇਆ। ਕੁਝ ਪਲ ਜਿਹੜਾ ਵਾਅਦਾ ਕਰਿਆ ਸੀ ਵੀ ਸਾਰਿਆਂ ਦਾ ਕਰਾਂਗੇ, ਉਹਦੇ ਨਾਲ ਤਾਂ ਕਿਸਾਨਾਂ ਦਾ ਨੁਕਸਾਨ ਹੋਇਆ, ਕਿਉਂਕਿ ਉਮੀਦ ਪਰ ਕਿਸਾਨਾਂ ਨੇ ਆਪਣਾ ਲੋਨ ਤਾਰਿਆ ਨਹੀਂ ਹੈ। ਉਮੀਦ ਪਰ ਉਹ ਲੋਨ ਇਕੱਠਾ ਹੋ ਗਿਆ, ਵਿਆਜ ਡਿਫਾਲਟਰ ਹੋ ਗਿਆ। ਪਰ ਜਿਹੜੇ ਥੋੜੇ ਕਿਸਾਨਾਂ ਨੂੰ ਉਹਦਾ ਫਾਇਦਾ ਹੋਇਆ, ਬਾਕੀ ਆਮ ਉਹ ਕਿਸਾਨਾਂ ਨੂੰ ਫਾਇਦਾ ਨਹੀਂ ਦਿੱਤਾ ਗਿਆ। ਬਿਲਕੁਲ ਜੀ, ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਤੇ ਦੋਸ਼ ਲਾਏ ਜਾਂਦੇ, ਲੀਡਰਾਂ ਤੇ ਦੋਸ਼ ਲਾਏ ਜਾਂਦੇ। ਇੱਕ ਮਾਤਾ ਜੀ ਇੱਥੇ ਖੜੇ ਨੇ, ਪੁੱਛਦੇ ਇਹਨਾਂ ਨੂੰ ਧਰਨੇ ਦੇ ਵਿੱਚ ਆਏ ਆ ਜਾਂ ਪਰੇਸ਼ਾਨ ਹੋਏ। ਸਤਿ ਸ਼੍ਰੀ ਅਕਾਲ ਮਾਤਾ ਜੀ, ਕੀ ਨਾਮ ਜੀ ਤੁਹਾਡਾ? ਸਰਜੀਤ ਤੁਸੀਂ ਧਰਨੇ ਦੇ ਵਿੱਚ ਆਏ ਹੋ ਜਾਂ ਜਾਮ ਦੇ ਵਿੱਚ ਫਸ ਗਏ? ਨਹੀਂ, ਅਸੀਂ ਧਰਨੇ ਚ ਆਏ। ਧਰਨੇ ਵਿੱਚ ਆਏ ਹੋ ਤੁਸੀਂ? ਹਾਂਜੀ। ਕੀ ਲੱਗਦਾ ਕਿਉਂ ਆਏ ਧਰਨੇ 'ਚ? ਕਿਆ ਜਿਹੜਾ ਹੈਗਾ ਕਾਰੀ ਸਰਕਾਰ? ਜੱਟਾਂ ਦੀਆਂ ਜ਼ਮੀਨਾਂ ਜਾਣੀਆਂ, ਮੰਡੀਆਂ ਜਾਣੀਆਂ, ਜੱਟ ਕਿੱਥੇ ਜਾਣਗੇ? ਠੀਕ ਹੈ ਨਾ, ਮੋਦੀ ਸਰਕਾਰ ਨੇ ਕਰਿਆ ਕੀ ਹੈ ਸਾਡੇ ਵਾਸਤੇ? ਬਹੁਤ ਸਾਡਾ ਬੁਰਾ ਹਾਲ ਹੋ ਜਾਊਗਾ। ਤੇ ਤੁਸੀਂ ਕਿੰਨੀ ਖੇਤੀ ਕਰਦੇ ਹੋ ਜ਼ਮੀਨ ਤੇ ਕਿੰਨੇ ਤੁਹਾਡੇ ਘਰ ਸਾਡੇ ਵਾਲੇ? ਕੋਲ ਅਸੀਂ ਠੇਕੇ ਦਿੱਤੀ ਹੋਈ 2.5 ਕਿੱਲੇ ਜ਼ਮੀਨ ਹੈ। ਅਸੀਂ ਤੇ ਜੰਮੇ ਮਾਰੇ ਜਾਵਾਂਗੇ ਫਿਰ। ਤੇ ਤੁਹਾਡੇ ਘਰੋਂ ਹੋਰ ਵੀ ਆਏ ਆ, ਤੁਸੀਂ ਇਕੱਲੇ ਹੀ ਆਏ ਆ? ਅਸੀਂ ਦੋਨੇ ਗੁੱਡੀ ਤੇ ਮੈਂ ਆਏ ਹਾਂ। ਤੇ ਇੰਨੀ ਧੁੱਪ ਦੇ ਵਿੱਚ ਤੁਸੀਂ ਆਏ ਹੋ, ਕੋਈ ਲੇਡੀਜ਼ ਨਹੀਂ ਆ, ਮੈਂ ਦੇਖ ਰਿਹਾ ਸਿਰਫ ਤੁਸੀਂ ਆਏ ਹੋ ਆਪਣੀ ਬੇਟੀ ਦੇ ਨਾਲ। ਕੀ ਗੱਲ? ਫਿਰ ਕੋਈ ਗੱਲ ਨਹੀਂ, ਸਾਨੂੰ ਦੁੱਖ ਲੱਗਿਆ, ਅਸੀਂ ਕਿਵੇਂ ਅਸੀਂ ਪਹੁੰਚਣਾ ਜ਼ਰੂਰ ਹੈ। ਬਿਲਕੁਲ, ਇੱਕ ਬਜ਼ੁਰਗ ਮਹਿਲਾ ਵੀ ਇੱਥੇ ਆਈ ਹੈ, ਲੜਕੀ ਵੀ ਆਈ ਹੈ। ਤੁਸੀਂ ਆਪਣੀ ਦਾਦੀ ਜੀ ਤੁਹਾਡੇ? ਹਾਂਜੀ ਹਾਂਜੀ ਹਾਂਜੀ। ਦਾਦੀ ਜੀ ਦੇ ਨਾਲ ਆਏ ਉੱਥੇ ਧਰਨੇ ਦੇ ਵਿੱਚ। ਕੀ ਲੱਗਦਾ ਹੈ ਜਿਹੜਾ ਸਰਕਾਰ ਨੇ ਆਰਡੀਨੈਂਸ? ਅਸੀਂ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦੇ ਆ, ਸਾਨੂੰ ਵੀ ਆਉਣਾ ਜ਼ਰੂਰੀ ਚਾਹੀਦਾ। ਜ਼ਰੂਰੀ ਤਾਂ ਲੇਡੀਜ਼ ਵੀ ਅੱਗੇ ਆ ਸਕਦੀਆਂ ਨੇ। ਨਹੀਂ, ਚੰਗੀ ਗੱਲ ਆ। ਅਸੀਂ ਦੇਖਿਆ ਕਿ ਸਿਰਫ 2 ਜਣੇ ਆ, ਬਾਕੀਆਂ ਨੂੰ ਵੀ ਆਉਣਾ ਚਾਹੀਦਾ। ਆਉਣਾ ਚਾਹੀਦਾ, ਅਸੀਂ ਅੱਗੇ ਸਿੱਖਿਆ ਕਰ ਰਹੇ ਹਾਂ ਜੀ ਵੀ ਆਉਣਾ ਚਾਹੀਦਾ। ਥੈਂਕ ਯੂ। ਬਿਲਕੁਲ ਜੀ, ਇੱਥੇ ਬਜ਼ੁਰਗ ਮਾਤਾ ਆਪਣੀ ਪੋਤੀ ਦੇ ਨਾਲ ਵਿਸ਼ੇਸ਼ ਤੌਰ ਤੇ ਧਰਨੇ ਦੇ ਵਿੱਚ ਪਹੁੰਚੇ ਨੇ। ਇਹ ਪੂਰੇ ਧਰਨੇ ਦੇ ਵਿੱਚ ਕਿ 2 ਜਿਹੜੀਆਂ ਹੈਗੀਆਂ ਲੇਡੀਜ਼ ਆਈਆਂ ਜਿਨ੍ਹਾਂ ਨੇ ਵਿਰੋਧ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਆਰਡੀਨੈਂਸ ਲਿਆਂਦੇ ਜਾ ਰਹੇ ਨੇ ਉਹ ਕਿਸਾਨ ਵਿਰੋਧੀ ਨੇ। ਕਿਸਾਨਾਂ ਦੀ ਜਿਹੜੀ ਹੈਗੀ ਆ ਜਿਹੜਾ ਆਮਦਨ ਇਹਦੇ ਨਾਲ ਘਟ ਜਾਵੇਗੀ। ਕਿਸਾਨ ਜਿਹੜੇ ਹੈਗੇ ਆ ਕੋਆਪਰੇਟ ਘਰਾਣਿਆਂ ਦੇ ਗੁਲਾਮ ਹੋ ਜਾਣਗੇ ਅਗਰ ਇਹ ਕਾਨੂੰਨ ਲਾਗੂ ਹੁੰਦਾ ਹੈ। ਸਾਡੇ ਨਾਲ ਮੌਜੂਦ ਨੇ ਕਿਸਾਨ। ਸਰ, ਕੀ ਨਾਮ ਹੈ ਤੁਹਾਡਾ? ਪ੍ਰਗਟ ਸਿੰਘ ਰਾਲੂ ਮਾਜਰਾ, ਮੈਂ ਚੀਫ ਪਾਰਟਨਰ ਹਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ, ਜ਼ਿਲ੍ਹਾ ਰੋਪੜ ਦਾ। ਤੇ ਅੱਜ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਹੈ ਪਰ ਏਕਤਾ ਨਹੀਂ ਦਿਖ ਰਹੀ। ਇੱਕ ਤਾਂ ਪਹਿਲਾਂ 12 ਜਥੇਬੰਦੀਆਂ ਹੈ, ਲੋਕਾਂ ਦਾ ਕਹਿਣਾ ਕਿ ਜਿਹੜਾ ਤਿਣਕਾ ਕਰਕੇ ਲੜ ਰਹੇ ਅਗਰ ਇਕੱਠੇ ਲੜਨ ਤਾਂ ਸ਼ਾਇਦ ਸਫਲਤਾ ਮਿਲ ਸਕਦੀ ਆ। ਤੇ ਦੂਜਾ ਇੱਥੇ ਸਟੇਜ ਤੇ ਬੋਲਣ ਨੂੰ ਲੈ ਕੇ ਆਪਸ ਵਿੱਚ ਜਿਹੜੇ ਉਲਝੀ ਜਾਂਦੇ ਆ। 12 ਜਥੇਬੰਦੀਆਂ ਸੀਗੀਆਂ। ਇਹ 12 ਜਥੇਬੰਦੀਆਂ ਨੇ ਇੱਕ ਪਲੇਟਫਾਰਮ ਤੇ ਆ ਕੇ ਇਕੱਠੀਆਂ ਹੋ ਕੇ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ 250 ਜਥੇਬੰਦੀ ਹੈ, ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ। ਇੱਕ ਅਸੀਂ ਗੱਲ ਕਹਿਤੀ ਪਹਿਲਾਂ ਸਟੇਜ ਦੀ ਮਰਿਆਦਾ ਵੀ ਸਿਆਸੀ ਬੰਦਾ ਕੋਈ ਨਹੀਂ ਬੋਲੂਗਾ, ਕਿਉਂਕਿ ਸਿਆਸੀ ਦਾ ਵੋਟਾਂ ਲੈ ਕੇ ਉਹ ਜਾਂਦੇ ਆ। ਇਸ ਕਰਕੇ ਸਿਆਸੀ ਬੰਦੇ ਕੁਛ ਵਿੱਚ ਤਾਰ ਪੀੜੋ ਕਰਨਾ ਚਾਹੁੰਦੇ ਹੋਣਗੇ, ਇਹਨਾਂ ਨੂੰ ਅਸੀਂ ਉਹਦੀ ਪੇਸ਼ ਨਹੀਂ ਜਾਣ ਦੇਣੀ। ਬਿਲਕੁਲ, ਇਹ ਤਾਂ ਸਹੀ ਗੱਲ ਆ। ਪਰ ਲੋਕਾਂ ਦਾ ਕਹਿਣਾ ਕਿ ਹੁਣ ਇਕੱਠੇ ਹੋਏ ਆ, ਪਹਿਲਾਂ ਕਿਉਂ ਨਹੀਂ ਇਕੱਠੇ ਹੋਏ? ਅੱਡ ਕਿਉਂ ਲੜਦੇ ਆ? ਅੱਡ ਲੜਦੇ ਸੀਗੇ। ਸਾਡੇ ਜਿਹੜੇ ਕਿਸਾਨ ਹੈ ਪਿਛਲੇ ਸਮੇਂ 'ਚ ਉਹ ਵਿਕ ਗਏ ਸਰਕਾਰਾਂ ਪਾਸ। ਕਿਸੇ ਨੇ ਚੇਅਰਮੈਨ ਨਹੀਂ ਲੈ ਲਈ, ਕੋਈ MP ਬਣ ਗਿਆ, ਕੋਈ MLA ਬਣ ਗਿਆ, ਕੋਈ ਮੰਤਰੀ ਬਣ ਗਿਆ। ਉਹਦੇ ਲਈ ਕਿਸਾਨ ਸੰਘਰਸ਼ ਨੂੰ ਬੜਾ ਨੁਕਸਾਨ ਹੋਇਆ। ਇਸੇ ਕਰਕੇ ਸਰਕਾਰ ਦੇ ਲਾਲਚ ਕਰਕੇ ਪਿਛਲੇ ਸਮੇਂ 'ਚ ਕਿਸਾਨ ਇਕੱਠੇ ਨਹੀਂ ਸੀ ਹੋ ਰਹੇ। ਤੇ ਹੁਣ ਲੋਕਾਂ ਨੇ ਇਹ ਸੋਚ ਲਿਆ ਵੀ ਜਦ ਸਾਨੂੰ ਸਰਕਾਰ ਬਿਲਕੁਲ ਖੇਤੀ ਤੋਂ ਬਾਹਰ ਕਰਨ ਲੱਗੀ ਹੈ, ਸਾਨੂੰ ਮਾਰਨ ਲੱਗੀ ਹੈ, ਹੁਣ ਇਕੱਠੇ ਹੋ ਕੇ ਲੜੋ। ਕੀ ਲੱਗਦਾ ਜਿਹੜਾ ਅੱਜ ਇਕੱਠ ਕੀਤਾ ਹੈ, ਇਕੱਠੇ ਹੋਏ ਆ, ਭਵਿੱਖ ਦੇ ਵਿੱਚ ਇਕੱਠ ਰਹੂਗਾ ਕਿ ਫਿਰ ਖਿੰਡ ਜਾਣਗੇ? ਬਿਲਕੁਲ ਇਕੱਠ ਰਹੇਗਾ, ਬਿਲਕੁਲ ਇਕੱਠ ਰਹੇਗਾ, ਬਿਲਕੁਲ ਇਕੱਠ ਰਹੇਗਾ, ਕਿਉਂਕਿ ਇਹਨਾਂ ਨੇ ਖਿਲਰ ਕੇ ਦੇਖ ਲਿਆ ਇਕੱਲੇ ਦਾ ਕੁਝ ਨਹੀਂ ਬਣਿਆ। ਇਸ ਕਰਕੇ ਇਕੱਠੇ ਹੋਇਆ ਆਖਰ ਦੇ ਵਿੱਚ। ਤੇ ਹੁਣ ਅਗਲਾ ਕੀ ਸੰਘਰਸ਼ ਰਣਨੀਤੀ ਹੈ? 2.5 ਲੱਖ ਦਾ ਸਾਡਾ ਟਾਰਗੇਟ ਹੈ ਅੰਬ ਸਾਹਿਬ ਗੁਰਦੁਆਰਾ ਮੋਹਾਲੀ 25 ਸਤੰਬਰ ਨੂੰ। ਉੱਥੇ ਅਸੀਂ ਆਵਾਜ਼ ਬੁਲੰਦ ਕਰਾਂਗੇ। ਅਗਰ ਸਾਡੀ ਫੇਰ ਵੀ ਨਾ ਸੁਣੀ ਤਾਂ ਸਾਡੀ ਇੰਡੀਆ ਲੈਵਲ ਤੇ ਇੱਕ ਸੰਘਰਸ਼ ਕਮੇਟੀ ਹੈ 250 ਜਥੇਬੰਦੀ ਦੀ, ਉਹ ਬੈਠ ਕੇ ਫੈਸਲਾ ਕਰੂਗੀ। ਫਿਰ ਅਸੀਂ ਦਿੱਲੀ ਘੇਰਾਂਗੇ ਮੋਦੀ ਨੂੰ। ਤੇ ਹੁਣ ਦੇਖਣਾ ਹੋਵੇਗਾ ਕਿਸਾਨਾਂ ਦੇ ਇਸ ਵੱਡੇ ਸੰਘਰਸ਼ ਦੇ ਬਾਅਦ ਕੇਂਦਰ ਸਰਕਾਰ ਆਪਣੇ ਫੈਸਲੇ ਨੂੰ ਬਦਲਦੀ ਹੈ ਜਾਂ ਉਸ ਨੂੰ ਲਾਗੂ ਕਰਦੀ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।